ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਰੋਟੀਆਂ ਸੇਕ ਰਹੀਆਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ। ਉਹਨਾਂ ਨੇ ਜੇ ਕੋਈ ਜੁਰਮ ਕਰਿਆ ਉਹਦੀ ਸਜ਼ਾ ਪਾ ਲਈ ਹੈ ਉਹਨਾਂ ਨੇ। ਉਹ ਸਜ਼ਾ ਪੂਰੀ ਹੋਣ ਤੋਂ ਬਾਵਜੂਦ ਵੀ ਸਰਕਾਰਾਂ ਦੋਹਰੇ ਮਾਪਦੰਡ ਬਣਾਉਂਦੇ ਹੋਏ ਉਹਨਾਂ ਨੂੰ ਨਹੀਂ ਛੱਡਦੇ। ਜਿਹੜੇ ਬਾਕੀ ਚੋਰ ਚੱਕੇ ਹੈ, ਹੋਰ ਕਾਤਲ ਹੈ, ਰੇਪਿਸਟ ਹੈ, ਉਹਨਾਂ ਦੀ ਸਜ਼ਾ ਪੂਰੀ ਹੁੰਦੀ ਆ, ਉਹਨਾਂ ਨੂੰ ਸਰਕਾਰ ਕੁਰਸੀਨਾਮਾ ਬਣਾ ਕੇ ਬਾਹਰ ਕੱਢ ਦਿੰਦੀ। ਨਵਨੀਤ ਬਿੱਟੂ ਕਹਿੰਦੇ ਅਕਾਲੀ ਦਲ ਬਾਦਲ ਦੀ ਉੱਥੇ ਹਾਰ ਹੋਈ, ਸੋ ਇਹ ਮੁੱਦਾ ਹੀ ਨਹੀਂਗਾ। ਕਹਿੰਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਜਿਨ੍ਹਾਂ ਨੇ ਫਿਰ ਕਿਤੇ ਨਾ ਕਿਤੇ ਕਹਿੰਦੇ ਮੈਨੂੰ ਖਦਸ਼ਾ ਕਿ ਪੰਜਾਬ ਦੇ ਵਿੱਚ ਆ ਕੇ ਉਹ ਲੋਕ ਮਾਹੌਲ ਖਰਾਬ ਕਰਨਗੇ, ਫਿਰ AK-47 ਦੀ ਗੱਲ ਕਰਨ। ਬੇਅੰਤ ਸਿੰਘ ਮਾਰਿਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਮਾਰਿਆ ਸੀ, ਕੋਈ ਉਹ ਕ੍ਰਿਮੀਨਲ ਨਹੀਂ ਹੈ। ਉਹਦੀ ਤਾਂ ਸਿਰਫ ਇੰਨੀ ਗਾ ਵੀ ਮੈਂ ਕਾਂਗਰਸ ਨੂੰ ਦਿਖਾਈ ਜਾਵਾਂ ਵੀ ਦੇਖੋ ਜੀ ਮੈਂ ਤਾਂ ਤੁਹਾਡੇ ਲਈ ਲੜਦਾ, ਮੈਨੂੰ ਤਾਂ ਜੀ ਨਾ ਥ੍ਰੈਟ ਆ ਸਿੱਖ ਕੌਮ ਤੋਂ, ਮੈਂ ਤਾਂ ਦੇਖੋ ਜੀ ਤਾਂ ਵੀ ਤੁਹਾਡੇ ਨਾਲ ਖੜਾ, ਤੁਹਾਡੇ ਲਈ ਲੜਦਾ ਪਿਆ। ਤੁਹਾਨੂੰ ਕੀ ਲੱਗਦਾ ਸੁਣਵਾਈ ਕਿਉਂ ਨਹੀਂ ਹੋ ਰਹੀਗੀ? ਕਿ ਸਰਕਾਰਾਂ ਮਸਲੇ ਨੂੰ ਤਵੱਜੋ ਨਹੀਂ ਦੇਣਾ ਚਾਹੁੰਦੀਆਂ ਜਾਂ ਜਾਣ ਕੇ ਨਗੌਲਾ ਕੀਤਾ ਜਾ ਰਿਹਾ? ਸਿੱਖਾਂ ਦੀ ਆਪਸੀ ਧੜੇਬੰਦੀ, ਸਿੱਖਾਂ ਦੀ ਸਿਆਸੀ ਕਮਜ਼ੋਰੀ ਤੇ ਸਿੱਖਾਂ ਦਾ ਇਹਨਾਂ ਸਿੰਘਾਂ ਤੋਂ ਜਾਂ ਰਵਾਇਤੀ ਜਿਹੜੇ ਪੰਥਕ ਮਸਲਿਆਂ ਤੋਂ ਮੂੰਹ ਮੋੜਨਾ, ਇਹ ਇਹਨਾਂ ਸਿੰਘਾਂ ਨੂੰ ਭੁਗਤਣਾ ਪੈ ਰਿਹਾ। SGPC ਨੇ 11 ਮੈਂਬਰੀ ਕਮੇਟੀ ਬਣਾਈ ਹੈ, ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦੇ ਆਪ 'ਚ ਧੜੇਬੰਦੀ ਵੀ ਆ, ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਮੰਚ ਤੇ ਇਕੱਠਾ ਕਰਤਾ। ਕੀ ਹਲੇ ਵੀ ਤੁਹਾਨੂੰ ਲੱਗਦਾ ਵੀ ਕਮਜ਼ੋਰੀਆਂ ਨੇ ਤਾਂ ਨਹੀਂ ਆਵਾਜ਼ ਚੁੱਕੀ ਜਾ ਰਹੀ? ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਿਆਨ ਤੋਂ ਬਾਅਦ ਬੰਦੀ ਸਿੰਘਾਂ ਦਾ ਸਰਕਾਰਾਂ ਤੇ ਰੋਸ ਜ਼ਾਹਰ ਕਰਨ ਵਾਸਤੇ ਉਹਨਾਂ ਦੀਆਂ ਫਲੈਕਸਾਂ ਗੁਰੂ ਘਰਾਂ ਦੇ ਬਾਹਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚੰਗੀ ਗੱਲ ਹੈ, ਪਰ ਕੀ ਇਕੱਲਾ ਫਲੈਕਸ ਲਾਉਣ ਨਾਲ ਇਹ ਸ਼੍ਰੋਮਣੀ ਕਮੇਟੀ ਦੇ ਫਰਜ਼, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਫਰਜ਼ ਪੂਰੇ ਹੋ ਜਾਣਗੇ? ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਤੁਸੀਂ ਕੋਈ ਸਾਰ ਨਹੀਂ ਲਈ, ਬੰਦੀ ਸਿੰਘਾਂ ਦੀ ਨਹੀਂ ਲਈ। ਉਹਦਾ ਸਬੂਤ ਇਹ ਆ, 7 ਦਿਨ ਹੋ ਗਏ ਭਾਈ ਲਖਵਿੰਦਰ ਸਿੰਘ ਨੂੰ ਅੱਜ ਭੁੱਖ ਹੜਤਾਲ ਤੇ ਬੈਠੇ ਨੂੰ, ਕੋਈ ਕੱਲ ਆਪਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਹੀਂ ਆਇਆ। ਇਹ ਸਰਕਾਰਾਂ ਜ਼ਿੰਮੇਵਾਰ ਨੇ ਤੇ ਬਰਾਬਰ ਦੇ ਤੁਸੀਂ ਵੀ ਜ਼ਿੰਮੇਵਾਰ ਹੋ। SGPC ਜ਼ਿੰਮੇਵਾਰ? ਬਿਲਕੁਲ ਬਿਲਕੁਲ ਜ਼ਿੰਮੇਵਾਰ ਹੈ। ਫਿਰ SGPC ਕਿਉਂ ਨਹੀਂ ਜ਼ਿੰਮੇਵਾਰ? ਜੇ ਸਰਕਾਰਾਂ ਜ਼ਿੰਮੇਵਾਰ ਨੇ ਉਹਨਾਂ ਤੇ ਤਸ਼ੱਦਦ ਕਰਨ ਵਾਸਤੇ, ਉਹਨਾਂ ਨੂੰ ਜੇਲ੍ਹਾਂ 'ਚ ਨਜਾਇਜ਼ ਤੌਰ ਤੇ ਬੰਦ ਕਰਨ ਵਾਸਤੇ, ਤੇ ਉਹਨਾਂ ਦੀ ਜਿਹੜੀ ਸਾਰ ਲੈਣੀ, ਤੁਸੀਂ ਦੁਨੀਆ ਨੂੰ ਢੰਡੋਰਾ ਪਿੱਟ ਰਹੇ ਹੋ, ਅਸੀਂ ਸਾਰ ਲੈ ਰਹੇ ਹਾਂ, ਤੇ ਤੁਸੀਂ ਆ ਕੇ ਵੀ ਖੜੋ, ਫਿਰ ਗੱਲ ਵੀ ਕਰੋ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਜਿਹੜੇ ਘਰੀ ਜਾਵਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ? ਬੰਦੀ ਸਿੰਘਾਂ ਦਾ ਮੁੱਦਾ ਵੱਖ-ਵੱਖ ਸਮਿਆਂ ਤੇ ਚੁੱਕਿਆ ਜਾਂਦਾ ਰਿਹਾ ਹੈ। ਪੰਜਾਬ ਦੇ ਵਿੱਚ ਵੀ ਬੰਦੀ ਸਿੰਘ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ, ਤੇ ਭਾਈ ਲਖਵਿੰਦਰ ਸਿੰਘ ਹੋਰਾਂ ਨੇ ਹੁਣ ਭੁੱਖ ਹੜਤਾਲ ਰੱਖੀ ਹੈ ਪਿਛਲੇ 1 ਹਫ਼ਤੇ ਤੋਂ। ਉਹਨਾਂ ਦੇ ਵਕੀਲ ਸਾਡੇ ਨਾਲ ਨੇ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਭਰਾਤਾ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਮੁਲਾਕਾਤ ਕਰਕੇ ਆਏ ਹੋ, ਹਾਲਾਤ ਕਿਹੋ ਜਿਹੇ, ਹਾਲਤ ਕਿਹੋ ਜਿਹੀ ਉਹਨਾਂ ਦੀ ਹੁਣ ਇਸ ਟਾਈਮ? ਉਹਨਾਂ ਦੀ ਜਿਹੜਾ ਸ਼ੂਗਰ ਲੈਵਲ ਹੈ 66 ਤੇ 66 ਤੇ ਆ ਚੁੱਕਿਆ, ਤੇ ਸ਼ਾਮ ਤੱਕ ਜਾਂ ਸਵੇਰ ਤੱਕ ਉਹਨਾਂ ਦੀ ਡ੍ਰਿਪ ਲੱਗ ਜਾਏਗੀ। ਤੇ ਪਿਛਲੇ 7 ਦਿਨ ਤੋਂ ਲਗਾਤਾਰ ਉਹ ਅਨਸ਼ਨ ਤੇ ਬੈਠੇ ਹੋਏ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਜਿਵੇਂ ਕਹਿ ਲਈਏ ਜੰਗ ਸਿੰਘ ਜੀ ਕਿ ਰਿਹਾਈ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਦਾ ਚੁੱਕਿਆ ਜਾਂਦਾ ਰਿਹਾ। SGPC ਵੀ ਹੁਣ ਕਮੇਟੀ ਵੀ ਬਣਾਈ ਗਈ ਹੈ, 11 ਮੈਂਬਰੀ ਕਮੇਟੀ ਬਣੀ ਹੈ, ਮੀਟਿੰਗਾਂ ਹੋਈਆਂ, ਦਿੱਲੀ ਵੀ ਗਏ HS ਧਾਮੀ। ਪਰ ਤੁਹਾਨੂੰ ਕੀ ਲੱਗਦਾ ਸੁਣਵਾਈ ਕਿਉਂ ਨਹੀਂ ਹੋ ਰਹੀਗੀ? ਕਿ ਸਰਕਾਰਾਂ ਮਸਲੇ ਨੂੰ ਤਵੱਜੋ ਨਹੀਂ ਦੇਣਾ ਚਾਹੁੰਦੀਆਂ ਜਾਂ ਜਾਣ ਕੇ ਨਗੌਲਾ ਕੀਤਾ ਜਾ ਰਿਹਾ? ਦੇਖੋ, ਸਿੱਖਾਂ ਦੀ ਆਪਸੀ ਧੜੇਬੰਦੀ, ਸਿੱਖਾਂ ਦੀ ਸਿਆਸੀ ਕਮਜ਼ੋਰੀ ਤੇ ਸਿੱਖਾਂ ਦਾ ਇਹਨਾਂ ਸਿੰਘਾਂ ਤੋਂ ਜਾਂ ਰਵਾਇਤੀ ਜਿਹੜੇ ਪੰਥਕ ਮਸਲਿਆਂ ਤੋਂ ਮੂੰਹ ਮੋੜਨਾ, ਇਹ ਇਹਨਾਂ ਸਿੰਘਾਂ ਨੂੰ ਭੁਗਤਣਾ ਪੈ ਰਿਹਾ। ਇਹ ਸਿੰਘਾਂ ਦੀ ਪਹਿਲਾਂ ਇਹ ਦੇਖੋ ਵੀ ਇਹਨਾਂ ਨੂੰ ਬੰਦ ਕੀ ਹੋਣਾ ਪਿਆ। ਜਦੋਂ ਸਿੱਖ ਕੋਹ ਮਾਰੇ ਜਾ ਰਹੇ ਸੀ, ਸਿੱਖ ਕੌਮ ਦੀ ਨਸਲਕੁਸ਼ੀ ਕਰ ਰਹੇ ਸੀ, ਤਾਂ ਇਹ ਜਿਹੜੇ ਸਿੰਘ ਨੇ ਜਿਹੜੇ ਅੰਦਰ ਬੈਠੇ ਨੇ, ਇਹ ਇਸੇ ਚੰਡੀਗੜ੍ਹ 'ਚ ਬੜਾ ਸੋਹਣਾ ਜੀਵਨ ਗੁਜ਼ਾਰ ਰਹੇ ਸੀ, ਬੇਅੰਤ ਵਧੀਆ। ਕਿਉਂਕਿ ਉਸ ਟਾਈਮ ਬਾਹਲਾ ਡਰ ਹੁੰਦਾ ਸੀ ਪੁਲਿਸ ਦਾ, ਪੁਲਿਸ 'ਚ ਹੈਗੇ ਸੀ ਪਰਿਵਾਰ ਵੀ, ਬੱਲ ਸੈਟਰਡੇ ਕੋਠੀਆਂ ਵਾਲੇ, ਦੁਕਾਨਾਂ ਵਾਲੇ, ਕਾਰੋਬਾਰ ਵਾਲੇ, ਨੌਕਰੀਆਂ ਵਾਲੇ, ਇਹ ਬੰਦੇ ਸੀ। ਕੌਮ ਦਾ ਦਰਦ ਨੂੰ ਪਛਾਣਿਆ, ਕੌਮ ਦੇ ਦਰਦ ਨੂੰ ਆਪਣੇ ਪਿੰਡੇ ਉੱਤੇ ਲੈ ਲਿਆ, ਆਪਣੀਆਂ ਨੌਕਰੀਆਂ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰਾਂ ਦੇ ਸੁੱਖ ਆਰਾਮ ਦੀ ਪਰਵਾਹ ਨਹੀਂ ਕੀਤੀ। ਫਿਰ ਉਹ ਕੰਮ ਕਰਿਆ ਜਿਹੜਾ ਸਾਰੀ ਕੌਮ ਦੀ ਜ਼ਰੂਰਤ ਸੀ। ਅਰਦਾਸਾਂ ਸੀ ਵੀ ਯਾਰ ਇਹ ਕਿਤੇ ਤਸ਼ੱਦਦ ਰੁਕੇ, ਇਹ ਧੀਆਂ ਭੈਣਾਂ ਦੀ ਬੇਇੱਜ਼ਤੀ, ਪੱਤ ਲੁੱਟ ਹੁੰਦੀ ਰੋਜ਼ ਥਾਣੇ 'ਚ ਰੁਕੇ। ਉਸ ਸਾਰੇ ਕਾਸੇ ਨੂੰ ਇਹਨਾਂ ਨੇ ਸਿੰਘਾਂ ਨੇ ਆਪਣੇ ਸਿਰ ਤੇ ਲਿਆ। ਕੌਮ ਨਾਲ ਕੋਈ ਹਾਨ ਨਹੀਂ ਕੀਤਾ, ਕੌਮ ਤੇ
ਕੌਮ ਦਾ ਫਰਜ਼, ਆਪਣਾ ਫਰਜ਼ ਸਮਝਿਆ, ਕੌਮ ਦੇ ਉੱਤੇ ਭਾਰ ਚੱਕਿਆ, ਕੌਮ ਦੇ ਉੱਤੇ ਹੁੰਦੇ ਤਸ਼ੱਦਦ ਦੀ ਹਨੇਰੀ ਨੂੰ ਠੱਲਿਆ। ਸੋ ਇਹ ਕੌਮ ਦਾ ਵੀ ਫਰਜ਼ ਬਣਦਾ ਵੀ ਕੌਮ ਅੱਜ ਉਹਨਾਂ ਸਿੰਘਾਂ ਲਈ ਖੜੀ ਹੁੰਦੀ। ਖੜੀ ਕੌਮ ਕਦੇ ਪਿੱਠ ਨਹੀਂ ਦਿਖਾਈ ਕੌਮ ਨੇ। ਕੌਮ ਤੁਸੀਂ ਕਿਹਾ ਕਿ ਧੜੇਬੰਦੀ ਕੌਮ ਦੀ ਜਿਹੜੀ ਕਿਤੇ ਨਾ ਕਿਤੇ ਉਹ ਕਮਜ਼ੋਰ ਕਰਦੀ ਹੈ ਇਸ ਮੁੱਦੇ ਨੂੰ। ਐਸਜੀਪੀਸੀ ਨੇ 11 ਮੈਂਬਰੀ ਕਮੇਟੀ ਬਣਾਈ ਹੈ, ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦੇ ਆਪਸ 'ਚ ਧੜੇਬੰਦੀ ਵੀ ਆ, ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਮੰਚ ਤੇ ਇਕੱਠਾ ਕਰਤਾ। ਕੀ ਹਲੇ ਵੀ ਤੁਹਾਨੂੰ ਲੱਗਦਾ ਵੀ ਕਮਜ਼ੋਰੀਆਂ ਨੇ ਤਾਂ ਨਹੀਂ ਆਵਾਜ਼ ਚੁੱਕੀ ਜਾ ਰਹੀ? ਉਹਦਾ ਤੁਸੀਂ ਦੇਖ ਲਿਆ, ਪਿਛਲੇ ਦਿਨੀ ਗੁਰੂ ਹਰ 8ਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ। ਸਿੰਘ ਸਾਹਿਬ ਦਾ ਉਸ 'ਤੇ ਬਿਆਨ ਆ ਗਿਆ ਕਿ ਜਿਹੜੀ ਉਹਦਾ ਕਾਰਨ ਸੀ ਕਿਉਂਕਿ ਦਿੱਲੀ ਨਾ ਸੈਂਟਰ ਸਰਕਾਰ ਨੇ ਨਾ ਕੇਜਰੀਵਾਲ ਨੇ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ। ਇਹਨਾਂ ਦਾ ਮੰਗ ਪੱਤਰ ਬੰਦੀ ਸਿੰਘਾਂ ਦੇ ਲੈਣ ਦੇ ਉੱਤੇ ਮੰਗ ਪੱਤਰ ਲੈਣ ਨਹੀਂ ਆਇਆ। ਉਹਦਾ ਜਿਹੜਾ ਰਿਵਾਲਟ ਜਿਹੜਾ ਰੰਜ ਹੈ ਉਹ ਫਿਰ ਚੱਲ ਗਿਆ ਸਿੰਘ ਸਾਹਿਬ ਦੇ ਬਿਆਨ 'ਚ। ਉਹਨਾਂ ਨੇ ਕਿਹਾ ਤਾਂ ਭਰੀ ਸੰਗਤ ਦੇ ਵਿੱਚ ਬਿਆਨ ਤੁਸੀਂ ਸਾਰਿਆਂ ਨੇ ਸੁਣਿਆ ਕਿ ਸ਼੍ਰੋਮਣੀ ਕਮੇਟੀ ਹੈ ਜਾਂ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਦੀ ਆ, ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਇਹ ਲੋਕ ਗੱਲ ਵੀ ਸੁਣਨਾ ਨਹੀਂ ਚਾਹੁੰਦੇ। ਵਿਰੋਧੀ ਕਹਿੰਦੇ ਕਮਜ਼ੋਰ ਕੀਤਾ ਹੀ ਜਿਹੜੇ ਕਾਬਜ਼ ਨੇ, ਇੱਕ ਪਰਿਵਾਰ ਕਾਬਜ਼ ਆ, ਉਹਨਾਂ ਨੇ ਕੀਤਾ। ਇਹਦੇ 'ਚ ਅਸੀਂ ਤਾਂ ਦੇਖੋ ਇਹਨਾਂ ਦੀ ਆਪਸੀ ਸਾਰਾ ਕੋਈ ਕਹੀ ਜਾਵੇ ਕਿਸੇ ਨੂੰ, ਇਹ ਇਹਨਾਂ ਦੀ ਆਪਸੀ ਰੰਜਿਸ਼ ਹੈ, ਇਹ ਰਾਜਨੀਤਿਕ ਗੱਲਾਂ ਨੇ। ਪਰ ਜੇ ਦੇਖੀ ਚਾਹੁੰਦੇ, ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਜਿੱਦਣ ਦੀ ਇਹ ਮੁਲਾਕਾਤ ਹੋਈ ਆ, ਕਮੇਟੀ ਬਣੀ ਹੈ, ਕਿ ਅਸੀਂ ਬੰਦੀ ਸਿੰਘਾਂ ਦੀ ਪੈਰਵਾਈ ਕਰਾਂਗੇ ਅਸੀਂ। ਪਰ ਉਸ ਤੋਂ ਬਾਅਦ ਧਾਮੀ ਸਾਹਿਬ ਨੇ ਚਿੱਠੀ ਪਾਈ ਸੈਂਟਰ ਨੂੰ, ਉਹਦਾ ਕੋਈ ਜਵਾਬ ਨਹੀਂ ਆਇਆ। ਉਸ ਤੋਂ ਬਾਅਦ ਦਿੱਲੀ ਚਲੇ ਗਏ ਸਾਰੇ। ਅਸੀਂ ਸਵਾਗਤ ਕਰਦੇ ਹਾਂ, ਕੌਮ ਨੇ ਉਹ ਕੰਮ ਫਰਜ਼ ਪੂਰਾ ਕੀਤਾ ਜਿਹੜਾ ਉਹਨੇ ਕਰਨਾ ਚਾਹੀਦਾ, ਉਹਦੇ ਲਈ ਸ਼ਲਾਘਾ ਵੀ ਕਰਦੇ ਹਾਂ। ਪਰ ਉਸ ਤੋਂ ਬਾਅਦ ਇਹਦੀ ਨਿੰਦਿਆ ਕਰਦੇ ਹਾਂ ਸਰਕਾਰਾਂ ਦੀ, ਵੀ ਉਹਨਾਂ ਨੇ ਚੁਣੇ ਹੋਏ ਨੁਮਾਇੰਦਿਆਂ ਤੋਂ ਮੈਮੋਰੰਡਮ ਲੈਣਾ ਵੀ ਚੰਗਾ ਨਹੀਂ ਸਮਝਿਆ, ਇੰਨਾ ਤਾਨਾਸ਼ਾਹੀ ਰਵੱਈਆ। ਦੂਜਾ ਰੰਜ ਉਹ ਧਾਮੀ ਸਾਹਿਬ 'ਤੇ ਹੈ ਜਾਂ ਸ਼੍ਰੋਮਣੀ ਕਮੇਟੀ 'ਤੇ ਹੈ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਿਆਨ ਤੋਂ ਬਾਅਦ ਬੰਦੀ ਸਿੰਘਾਂ ਦਾ ਸਰਕਾਰਾਂ 'ਤੇ ਰੋਸ ਜ਼ਾਹਰ ਕਰਨ ਵਾਸਤੇ ਉਹਨਾਂ ਦੀਆਂ ਫਲੈਕਸਾਂ ਗੁਰੂ ਘਰਾਂ ਦੇ ਬਾਹਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਚੰਗੀ ਗੱਲ ਹੈ, ਪਰ ਕੀ ਇਕੱਲਾ ਫਲੈਕਸ ਲਾਉਣ ਨਾਲ ਇਹ ਸ਼੍ਰੋਮਣੀ ਕਮੇਟੀ ਦੇ ਫਰਜ਼, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਫਰਜ਼ ਪੂਰੇ ਹੋ ਜਾਣਗੇ? ਤੁਹਾਡੇ ਹੱਥ 'ਚ ਹੈ, ਤੁਸੀਂ ਤਾਂ ਉਹਨੂੰ ਡੀਗਰੇਡ ਕਰਦੇ ਹੋ। ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਤੁਸੀਂ ਕੋਈ ਸਾਰ ਨਹੀਂ ਲਈ, ਬੰਦੀ ਸਿੰਘਾਂ ਦੀ ਨਹੀਂ ਲਈ। ਉਹਦਾ ਸਬੂਤ ਇਹ ਆ, 7 ਦਿਨ ਹੋ ਗਏ ਭਾਈ ਲਖਵਿੰਦਰ ਸਿੰਘ ਨੂੰ ਅੱਜ ਭੁੱਖ ਹੜਤਾਲ 'ਤੇ ਬੈਠੇ ਨੂੰ, ਕੋਈ ਕੱਲ ਆਪਣਾ ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਹੀਂ ਆਇਆ। ਅਕਾਲ ਤਖਤ ਸਾਹਿਬ ਦੇ ਬਿਆਨ ਨੂੰ, ਅਕਾਲ ਤਖਤ ਸਾਹਿਬ ਦਾ ਬਿਆਨ ਆਉਣਾ ਚਾਹੀਦਾ, ਉਹਨਾਂ ਦੀ ਡਾਇਰੈਕਸ਼ਨ ਆਉਣੀ ਵੀ ਚਾਹੀਦੀ ਹੈ। 7 ਦਿਨ ਹੋ ਗਏ। ਸੋ ਇਹਦੇ 'ਤੇ ਅਸੀਂ ਰੰਜ ਇੰਨਾ ਹੀ ਹੈ ਕਿ ਆਪਣੇ ਕਹਾਉਂਦੇ ਆ ਅਤੇ ਆਪਣੇ ਵਾਲਾ ਵਿਹਾਰ ਵੀ ਕਰਨ। ਸਰਕਾਰਾਂ ਨਾਲ ਤਾਂ ਸਾਡਾ, ਉਹ ਤਾਂ ਸਾਡੇ ਦੁਸ਼ਮਣ ਨੇ, ਉਹ ਤਾਂ ਸਾਡੇ ਨਾਲ ਦੁਸ਼ਮਣੀ ਕਰਨਗੇ। ਤੁਸੀਂ ਤਾਂ ਸਾਡੇ ਆਪਣੇ ਕਹਾਉਂਦੇ ਹੋ, ਤੁਸੀਂ ਕਿਉਂ ਇੰਨੀ ਦੇਰ ਲਾ ਰਹੇ ਹੋ? ਤੁਸੀਂ ਆ ਕੇ ਗੱਲ ਕਰੋ, ਤੁਸੀਂ ਆ ਕੇ ਹੌਸਲਾ ਦਿਓ, ਤੁਸੀਂ ਆ ਕੇ ਉਹਨਾਂ ਦੇ ਮੋਢੇ 'ਤੇ ਹੱਥ ਰੱਖੋ। ਇਹ ਤੁਹਾਡਾ ਫਰਜ਼ ਬਣਦਾ। ਕੀ ਇਹ ਬਿਆਨਬਾਜ਼ੀ ਇਕੱਲੀ ਜਿਹੜੀ ਫਲੈਕਸਾਂ ਨੇ ਸਿਆਸਤ ਨਹੀਂ? ਫਿਰ ਇਹਦੇ ਨਾਲ ਦੋਹਰਾ ਕਿਰਦਾਰ ਸਾਬਤ ਨਹੀਂ ਹੁੰਦਾ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਲੋਕ ਸਵਾਲ ਕਰਦੇ ਆ। ਅਸੀਂ ਤਾਂ ਪਰਿਵਾਰ ਹੈ, ਅਸੀਂ ਤਾਂ ਅੱਜ 7ਵੇਂ ਦਿਨ ਬੋਲੇ ਆ, ਉਹ ਵੀ ਤਾਂ ਕਰਕੇ ਕਿ ਸਿੰਘ ਦੀ ਜਾਨ ਨੂੰ ਦਿਨ ਦਿਨ ਖਤਰਾ ਹੈ, ਕਿਉਂਕਿ ਇੱਥੇ ਤਾਂ ਸਰਕਾਰ ਦੀ ਕਸਟਡੀ 'ਚ, ਬਗਾਨਿਆਂ ਦੀ ਕਸਟਡੀ 'ਚ। ਜੇ ਕੁਝ ਹੋ ਜਾਂਦਾ ਕਿ ਕੌਣ ਜ਼ਿੰਮੇਵਾਰ ਹੈ? ਤੁਸੀਂ ਆਉਂਦੇ ਨਹੀਂ ਤੇ ਤੁਸੀਂ ਵੀ ਜ਼ਿੰਮੇਵਾਰ ਹੈ। ਸਰਕਾਰ, ਜੇ ਸਰਕਾਰਾਂ ਜ਼ਿੰਮੇਵਾਰ ਨੇ ਤੇ ਬਰਾਬਰ ਦੇ ਤੁਸੀਂ ਵੀ ਜ਼ਿੰਮੇਵਾਰ ਹੈ। ਐਸਜੀਪੀਸੀ ਜ਼ਿੰਮੇਵਾਰ ਹੈ? ਬਿਲਕੁਲ ਜ਼ਿੰਮੇਵਾਰ ਹੈ। ਫਿਰ ਐਸਜੀਪੀਸੀ ਕਿਉਂ ਨਹੀਂ ਜ਼ਿੰਮੇਵਾਰ? ਜੇ ਸਰਕਾਰਾਂ ਜ਼ਿੰਮੇਵਾਰ ਨੇ ਉਹਨਾਂ 'ਤੇ ਤਸ਼ੱਦਦ ਕਰਨ ਵਾਸਤੇ, ਉਹਨਾਂ ਨੂੰ ਜੇਲ੍ਹਾਂ 'ਚ ਨਜਾਇਜ਼ ਤੌਰ 'ਤੇ ਬੰਦ ਕਰਨ ਵਾਸਤੇ, ਤੇ ਉਹਨਾਂ ਦੀ ਜਿਹੜੀ ਸਾਰ ਲੈਣੀ, ਤੁਸੀਂ ਦੁਨੀਆ ਨੂੰ ਢੰਡੋਰਾ ਪਿੱਟ ਰਹੇ ਹੋ, ਅਸੀਂ ਸਾਰ ਲੈ ਰਹੇ ਹਾਂ, ਤੇ ਤੁਸੀਂ ਆ ਕੇ ਵੀ ਖੜੋ, ਫਿਰ ਗੱਲ ਵੀ ਕਰੋ, ਤੇ ਉਹਨਾਂ ਦਾ ਫਰਜ਼ ਬਣਦਾ ਜੀ। 100 ਕੈਦੀ ਜਿਹੜੇ ਰਿਹਾ ਕੀਤੇ ਜਾ ਰਹੇ ਨੇ ਮਾਨ ਸਰਕਾਰ ਦੇ ਵੱਲੋਂ 15 ਅਗਸਤ ਦੇ ਉੱਤੇ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ। ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਦੇ ਨਾਲ ਜਾਂ ਵਿੱਚ ਜਿਹੜੇ ਉਹ ਸਿੰਘ, ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਵੀ ਉਹਨਾਂ ਦਾ ਨਾਂ ਵੀ ਵਿੱਚ ਰੱਖਿਆ ਜਾਵੇ? ਪਰਿਵਾਰ ਉਹਨਾਂ ਦੇ ਮੰਗ ਕਰ ਰਹੇ ਆ, ਤੁਸੀਂ ਵਕੀਲ ਨੂੰ ਲਖਵਿੰਦਰ ਸਿੰਘ ਹੋਰਾਂ ਦੇ, ਗੱਲਬਾਤ ਹੋਈ ਕਿਸੇ ਨਾਲ? ਦੇਖੋ, ਜੇ ਤੁਹਾਨੂੰ ਯਾਦ ਹੋਵੇ, ਕੁਝ ਮਹੀਨਿਆਂ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਇੱਕ ਬਹੁਤ ਵੱਡਾ ਮਾਰਚ ਲੈ ਕੇ ਅਸੀਂ ਆਏ ਸੀਗੇ, ਅਤੇ ਉਦੋਂ ਇੱਕ ਡੈਲੀਗੇਸ਼ਨ ਬਣਿਆ ਸੀ, ਜਾ ਕੇ ਗਵਰਨਰ ਸਾਹਿਬ ਨਾਲ, ਪੰਜਾਬ ਸਰਕਾਰ, ਗਵਰਨਰ ਪੰਜਾਬ ਨਾਲ ਸਾਡੀ ਮੀਟਿੰਗ ਹੋਈ ਸੀ, ਜਿਹਦੇ 'ਚ ਗੁਰਚਰਨ ਸਿੰਘ, ਭਾਈ ਦੀਪ ਸਿੱਧੂ ਅਤੇ ਅਮਰ ਸਿੰਘ ਚਹਿਲ ਉਹ ਅੰਦਰ ਮਿਲ ਕੇ ਆਏ ਸੀ, ਅਤੇ ਅਸੀਂ ਡੈਲੀਗੇਸ਼ਨ 'ਚ ਅਸੀਂ ਬਾਹਰ ਸੀਗੇ। ਅਤੇ ਜਦੋਂ ਗਵਰਨਰ ਸਾਹਿਬ ਨੇ ਉਹ ਸਾਰਾ ਰਿਪਰਜੈਂਟੇਸ਼ਨ ਪੜ੍ਹੀ ਅਤੇ ਕਸਟਡੀ ਸਰਟੀਫਿਕੇਟ ਦੇਖੇ, ਉਹ ਕਹਿੰਦੇ ਵੀ ਇਹ ਤਾਂ ਕੋਈ ਕੰਮ ਹੀ ਨਹੀਂ ਹੈ, ਇਹ ਤਾਂ ਮੇਰੇ ਵਾਸਤੇ ਬਹੁਤ ਛੋਟਾ ਕੰਮ ਹੈ, ਅਤੇ ਤੁਸੀਂ ਮੈਨੂੰ ਸਾਰਿਆਂ ਦੇ ਓਰੀਜਨਲ ਕਸਟਡੀ ਸਰਟੀਫਿਕੇਟ ਲਿਆ ਕੇ ਦਿਓ।
ਤੇ ਅਸੀਂ ਦੂਜੇ ਦਿਨ ਸਾਰਿਆਂ ਦੇ ਹੀ ਕਸਟਡੀ ਸਰਟੀਫਿਕੇਟ ਗਵਰਨਰ ਹਾਊਸ ਪਹੁੰਚਾ ਕੇ ਆਏ। ਲੇਕਿਨ ਉਸ ਤੋਂ ਬਾਅਦ ਉਹ ਕਹਿੰਦੇ ਜੀ ਇਹ ਤੇ ਕਾਰਵਾਈ ਚੱਲ ਰਹੀ ਹੈ। ਜਦੋਂ ਅਸੀਂ ਵਾਰ-ਵਾਰ ਜਾ ਕੇ ਉੱਥੇ ਪੁੱਛਿਆ ਤੇ 15ਵੇਂ ਦਿਨ ਸਾਨੂੰ ਕਹਿੰਦੇ ਜੀ ਇਹ ਫਾਈਲ ਤਾਂ ਜੀ ਦਿੱਲੀ ਚਲੇ ਗਈ। ਸੋ ਇਸ ਕਰਕੇ ਜਦੋਂ ਤੱਕ ਗਵਰਨਮੈਂਟ ਆਫ ਇੰਡੀਆ ਹਰੀ ਝੰਡੀ ਨਹੀਂ ਦਿੰਦੀ, ਪੰਜਾਬ ਸਰਕਾਰ ਦੇ ਹੱਥ ਵਸ ਕੁਝ ਵੀ ਨਹੀਂ ਹੈ। ਕਿਉਂਕਿ ਇਹ ਜਿਹੜੇ ਚੰਡੀਗੜ੍ਹ ਵਾਲਾ ਕੇਸ ਹੈ ਇਹ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਆਉਂਦਾ। ਦਵਿੰਦਰਪਾਲ ਭੁੱਲਰ ਦਾ ਕੇਸ ਦਿੱਲੀ ਦੇ ਅੰਡਰ ਆਉਂਦਾ, ਜੋ ਕਿ ਬਿਲਕੁਲ ਰਿਹਾਈ ਵਾਲੇ ਕੇਸ ਹੈ, ਜਿਹਦੇ 'ਚ ਸੁਪਰੀਮ ਕੋਰਟ ਨੇ ਟਿੱਪਣੀਆਂ ਵੀ ਕਰਤੀਆਂ ਵੀ ਇਹ ਹੈ ਕਿ ਜਦੋਂ SLP ਉਹਦੀ ਬੇਟੇ ਡਿਸਮਿਸ ਹੋ ਗਈ ਹੈ ਤੇ ਉਹਦੀ ਰਿਹਾਈ ਵਾਲੀ ਫਾਈਲ ਕੇਜਰੀਵਾਲ ਆਪਣੇ ਟੇਬਲ ਤੇ ਰੱਖੀ ਬੈਠਾ ਹੈ। ਤੇ ਇਸ ਕਰਕੇ ਇਹ ਪੰਜਾਬ ਸਰਕਾਰ ਦੇ ਕੈਦੀ ਨਹੀਂ ਹੈ, ਇਹ ਗਵਰਨਮੈਂਟ ਆਫ ਇੰਡੀਆ ਦੇ ਕੈਦੀ ਹੈ। ਤੇ ਪੰਜਾਬ ਸਰਕਾਰ ਨੂੰ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਹੈ ਆਪਣੇ ਤੌਰ ਤੇ ਪੰਜਾਬ ਨੂੰ ਜਿਹੜੇ ਰਿਪਰੈਜ਼ੈਂਟ ਕਰ ਰਹੇ ਹੈ, ਗਵਰਨਮੈਂਟ ਆਫ ਪੰਜਾਬ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਰ ਰਹੀ ਹੈ, SGPC ਜਿਹੜੀ ਇਲੈਕਟਿਡ ਬਾਡੀ ਹੈ ਸਿੱਖਾਂ ਦੀ, ਜੋ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਦੋਨੋਂ ਹੀ ਨਾਕਾਮਯਾਬ ਰਹੇ ਹਨ, ਦੋਨੋਂ ਹੀ ਫੇਲ ਰਹੇ ਹਨ। ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਰੋਟੀਆਂ ਸੇਕ ਰਹੀਆਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ, ਲੇਕਿਨ ਜਿਹੜਾ ਅਸਰ ਹੋਣਾ ਚਾਹੀਦਾ ਸੀ 25 30 ਸਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜੇਲ੍ਹਾਂ 'ਚ ਕੱਟਤੇ, ਜਿਹੜੇ ਬਾਕੀ ਚੋਰ ਚੱਕੇ ਹੈ, ਹੋਰ ਕਾਤਲ ਹੈ, ਰੇਪਿਸਟ ਹੈ, ਉਹਨਾਂ ਦੀ ਸਜ਼ਾ ਪੂਰੀ ਹੁੰਦੀ ਆ, ਉਹਨਾਂ ਨੂੰ ਸਰਕਾਰ ਕੁਰਸੀਨਾਮਾ ਬਣਾ ਕੇ ਬਾਹਰ ਕੱਢ ਦਿੰਦੀ ਹੈ। ਜਿਹੜੇ ਲੋਕ ਕਿਰਦਾਰ ਦੇ ਪੱਕੇ ਹੈ, ਜਿਹੜੇ ਲੋਕ ਸੱਚੇ ਸੁੱਚੇ ਹੈ, ਕਿਸੇ ਮਿਸ਼ਨ ਨੂੰ ਲੈ ਕੇ ਜਿਨ੍ਹਾਂ ਨੇ ਆਪਣੇ ਘਰ-ਬਾਰ ਗਵਾਏ ਹੈ ਔਰ ਜਿਨ੍ਹਾਂ ਨੇ ਆਪਣਾ ਸੁਖੀ ਜੀਵਨ ਜਿਹੜਾ ਹੈ ਤਿਆਗਿਆ, ਉਹਨਾਂ ਨੇ ਜੇ ਕੋਈ ਜੁਰਮ ਕਰਿਆ ਉਹਦੀ ਸਜ਼ਾ ਪਾ ਲਈ ਹੈ ਉਹਨਾਂ ਨੇ। ਉਹ ਸਜ਼ਾ ਪੂਰੀ ਹੋਣ ਤੋਂ ਬਾਵਜੂਦ ਵੀ ਸਰਕਾਰਾਂ ਦੋਹਰੇ ਮਾਪਦੰਡ ਬਣਾਉਂਦੇ ਹੋਏ ਉਹਨਾਂ ਨੂੰ ਨਹੀਂ ਛੱਡ ਰਹੀਆਂ। ਰਾਜੀਵ ਗਾਂਧੀ ਹੱਤਿਆਕਾਂਡ ਦੇ ਮੁਜਰਮ ਛੱਡ ਦਿੱਤੇ ਗਏ, ਹੋਰ ਕਿੰਨੇ ਹੀ ਕੇਸ हैं ਜਿਨ੍ਹਾਂ ਦੇ ਵਿੱਚ ਬਹੁਤ ਹੀ ਕਹਿੰਦੇ ਵੀ ਸੀਰੀਅਸ ਆਫੈਂਸਿਸ ਵਾਲੇ ਕੇਸ ਹੈ, ਉਹਨਾਂ ਨੂੰ ਛੱਡ ਦਿੱਤਾ ਗਿਆ। ਈਵਨ ਜਿਹੜੇ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਆ ਉਹਦੇ ਤੇ ਕੋਈ ਸਪੈਸ਼ਲ ਐਕਟ ਵੀ ਨਹੀਂ ਲੱਗੇ, ਕੱਲੀ IPC ਦੀ ਧਾਰਾ ਦੇ ਤਹਿਤ ਸਜ਼ਾ ਹੈ, ਨਾ ਟਾਡਾ ਹੈ ਨਾ ਕੋਈ ਹੋਰ ਸਪੈਸ਼ਲ ਐਕਟ ਹੈ। ਸੋ ਬੜਾ ਸਿੰਪਲ ਕੇਸ ਹੈ, ਪਰ ਇਹ ਸਾਨੂੰ ਇਹ ਦਿਖਾਉਂਦਾ ਵੀ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਦੋਗਲੇ ਕਾਨੂੰਨ ਦਾ ਸਾਹਮਣਾ ਕਰਨਾ ਪੈ ਰਿਹਾ। ਪਵਨ ਜੀ ਵੀ ਸਾਡੇ ਨਾਲ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪਵਨ ਜੀ, ਜਿਸ ਤਰੀਕੇ ਨਾਲ ਰਵਨੀਤ ਬਿੱਟੂ ਆਖ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਕੋਈ ਮੁੱਦਾ ਹੀ ਨਹੀਂ, ਬੇਸ਼ੱਕ ਸੰਗਰੂਰ ਜਿਮਣੀ ਚੋਣ ਦੇ ਵਿੱਚ ਇਹ ਮੁੱਦਾ ਗਰਮਾਇਆ ਰਿਹਾ, ਚਾਹੇ ਅਕਾਲੀ ਦਲ ਬਾਦਲ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਮੁੱਦੇ ਨੂੰ ਲੈ ਕੇ ਚੱਲੇ। ਰਵਨੀਤ ਬਿੱਟੂ ਕਹਿੰਦੇ ਅਕਾਲੀ ਦਲ ਬਾਦਲ ਦੀ ਉੱਥੇ ਹਾਰ ਹੋਈ, ਸੋ ਇਹ ਮੁੱਦਾ ਹੀ ਨਹੀਂਗਾ। ਕਹਿੰਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਜਿਨ੍ਹਾਂ ਨੇ ਫਿਰ ਕਿਤੇ ਨਾ ਕਿਤੇ ਕਹਿੰਦੇ ਮੈਨੂੰ ਖਦਸ਼ਾ ਕਿ ਪੰਜਾਬ ਦੇ ਵਿੱਚ ਆ ਕੇ ਉਹ ਲੋਕ ਮਾਹੌਲ ਖਰਾਬ ਕਰਨਗੇ, ਫਿਰ AK-47 ਦੀ ਗੱਲ ਕਰਨਗੇ। ਦੇਖੋ, ਰਵਨੀਤ ਬਿੱਟੂ ਦਾ ਆਪਦੀ ਸਿਕਿਉਰਿਟੀ ਲਈ ਤੇ ਆਪਣੀ ਹੋਂਦ ਬਰਕਰਾਰ ਰੱਖਣ ਦੇ ਲਈ ਹਮੇਸ਼ਾ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜ਼ੀਆਂ ਕਰਦੇ ਰਹਿੰਦੇ ਆ। ਅਸੀਂ ਤਾਂ ਉਹਨਾਂ ਦੇ ਧਿਆਨ ਹੀ ਨਹੀਂ ਦਿੰਦੇ ਵੀ ਜਿੱਥੇ ਇੰਨੇ ਬੋਲੀ ਜਾਂਦੇ ਆ ਉਹਦੇ ਬੋਲਣ ਨਾਲ ਵੀ ਕੀ ਫਰਕ ਪੈਂਦਾ। ਜਿਹੜੀ ਗੱਲ ਇਹ ਵੀ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਆ, ਜੇ ਉਹਨਾਂ ਨੂੰ ਸਰਕਾਰਾਂ ਰਿਹਾ ਕਰਦੀਆਂ ਤਾਂ ਉਹ ਕੋਈ ਅਫੈਂਸ ਕਰਨਗੇ, ਉਹ ਸਾਲਟਾਂ ਚੱਕਣਗੇ ਜਾਂ ਉਹ ਕਿਸੇ ਦਾ ਕਤਲ ਕਰਨਗੇ, ਬਿਲਕੁਲ ਗਲਤ ਗੱਲ ਆ। ਕਿਉਂਕਿ ਤੁਸੀਂ ਇਹ ਦੇਖੋ ਵੀ ਜਿਹੜੇ ਗੁਰਮੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਜਿਹੜੇ ਬੇਅੰਤ ਕਤਲ ਕੇਸ 'ਚ ਇੱਥੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ, ਇਹ ਤਕਰੀਬਨ 9-10 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ ਪਰੋਲ 'ਤੇ ਆਉਂਦਿਆਂ ਨੂੰ। ਇਹਨਾਂ ਦਾ ਕੋਈ ਆਫੈਂਸ ਨਹੀਂ, ਕਦੇ ਇਹਨਾਂ ਨੇ ਕੋਈ ਭੜਕਾਹਟ ਪੈਦਾ ਨਹੀਂ ਕੀਤੀ, ਰੈਗੂਲਰ ਪਰੋਲ 'ਤੇ ਆ ਜਾ ਰਹੇ ਨੇ। ਇੱਥੋਂ ਹੀ ਸਾਬਤ ਹੁੰਦਾ ਵੀ ਇਹ ਬੰਦੇ, ਇਹਨਾਂ ਦਾ ਸਿਰਫ ਇੱਕ ਮਿਸ਼ਨ ਸੀ। ਕਿਉਂਕਿ ਜਦੋਂ 84 ਕਤਲੇਆਮ ਹੋਇਆ, ਜਦੋਂ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ, ਤਾਂ ਉਸ ਦੇ ਰੋਸ ਵਜੋਂ ਨੌਜਵਾਨਾਂ ਨੇ ਹਥਿਆਰ ਚੱਕੇ ਸੀ। ਅਤੇ ਉਸ ਵੇਲੇ ਜੋ ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ, ਜਦੋਂ ਉਹਨਾਂ ਦੀ ਸਰਕਾਰ ਬਣੀ ਆ 92 'ਚ, ਤਾਂ ਉਦੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਬੜਾ ਦੌਰ ਚੱਲ ਰਿਹਾ ਸੀ। ਇਹ ਜਿਹੜੇ ਆਪਣੇ ਬੰਦੀ ਸਿੰਘ ਨੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ, ਜਿਵੇਂ ਲਖਵਿੰਦਰ ਸਿੰਘ ਆ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ, ਸ਼ਹੀਦ ਭਾਈ ਦਿਲਾਵਰ ਸਿੰਘ, ਇਹ ਪੁਲਿਸ ਵਾਲੇ ਸੀ, ਇਹ ਵਧੀਆ ਨੌਕਰੀਆਂ 'ਤੇ ਸੀ, ਵਧੀਆ ਆਪਦਾ ਇਹ ਪਰਿਵਾਰਾਂ ਦੇ ਵਿੱਚੋਂ ਸੀ। ਪਰ ਇਹਨਾਂ ਨੇ ਉਹ ਹਾਲਾਤਾਂ ਨੂੰ ਦੇਖਦੇ ਹੋਏ ਵੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਸੀ, ਨੌਜਵਾਨਾਂ ਦੇ ਝੂਠੇ ਕਤਲ ਹੋ ਰਹੇ ਸੀ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਉਹਨਾਂ ਦੇ ਵਿੱਚ ਜਜ਼ਬਾ ਸੀ, ਜਜ਼ਬਾਤੀ ਹੋ ਕੇ ਉਹਨਾਂ ਨੇ ਉਹ ਐਕਸ਼ਨ ਕੀਤਾ। ਉਹਨਾਂ ਨੇ ਉਦੋਂ ਪਹਿਲਾਂ ਕੋਈ ਐਕਸ਼ਨ ਨਹੀਂ ਕੀਤਾ, ਜਦੋਂ ਵਿੱਚੋਂ ਸਿੰਘ ਕਈ ਭਗੌੜੇ ਵੀ ਰਹੇ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਕੀਤਾ। ਸੋ ਇੱਥੋਂ ਕਲੀਅਰ ਹੁੰਦਾ ਵੀ ਇਹ ਬੰਦੇ ਕੋਈ ਮਾਈਂਡਲੀ ਕ੍ਰਿਮੀਨਲ ਨਹੀਂ ਹੈ,
ਇੱਕ ਜਜ਼ਬਾਤੀ ਸਿੰਘ ਸੀ, ਕੌਮ ਦੀ ਚੜ੍ਹਦੀ ਕਲਾ ਲਈ ਉਹ ਜੋ ਕਾਰਜ ਕੀਤਾ। ਬੇਅੰਤ ਸਿੰਘ ਮਾਰਿਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਮਾਰਿਆ ਸੀ, ਕੋਈ ਉਹ ਕ੍ਰਿਮੀਨਲ ਨਹੀਂ ਹੈ। ਤੇ ਰਵਨੀਤ ਬਿੱਟੂ ਨੂੰ ਇਹ ਜਿਹੀਆਂ ਬੇਤੁਕੀਆਂ ਬਿਆਨਬਾਜ਼ੀਆਂ ਤੋਂ ਗਰੇਜ ਕਰਨਾ ਚਾਹੀਦਾ। ਰਵਨੀਤ ਬਿੱਟੂ ਨੇ ਖੁਦ ਕਿਹਾ ਸੀ ਕਿਸਾਨੀ ਮੋਰਚੇ ਸਮੇਂ ਵੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ, ਤੇ ਮੈਂ ਆਪ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਲਈ ਮੈਂ ਆਪ ਜੇਲ੍ਹਾਂ 'ਚ ਜਾਊਂ, ਮੈਂ ਆਪ ਸਰਕਾਰਾਂ ਨਾਲ ਗੱਲ ਕਰੂੰ, ਮੈਂ ਆਪ ਉਹਨਾਂ ਦੀ ਰਿਹਾਈ ਦੇ ਲਈ ਪੈਰਵੀ ਕਰੂੰ। ਉਦੋਂ ਬਿਆਨ ਕੁਛ ਹੋਰ, ਉਹ ਮੁੱਦਾ ਹੱਲ ਵੀ ਹੋ ਗਿਆ ਤਾਂ ਹੁਣ ਬਿਆਨ ਕੁਛ ਹੋਰ ਨੇ। ਸੋ ਰਵਨੀਤ ਬਿੱਟੂ ਤਾਂ ਸਿਰਫ ਆਪਦੀ ਹੋਂਦ ਬਚਾਉਣ ਲਈ ਵੀ ਮੈਨੂੰ ਸਿਕਿਉਰਿਟੀ ਮਿਲੀ ਰਹੇ, ਮੈਂ ਖਾੜਕੂ ਸਿੰਘਾਂ ਬਾਰੇ ਬੋਲਦਾ ਰਹੂੰ, ਮੇਰੀ ਸਿਕਿਉਰਿਟੀ ਬਰਕਰਾਰ ਰਹੂ, ਉਹਦੀ ਤਾਂ ਸਿਰਫ ਇੰਨੀ ਗਾ ਵੀ ਮੈਂ ਕਾਂਗਰਸ ਨੂੰ ਦਿਖਾਈ ਜਾਵਾਂ ਵੀ ਦੇਖੋ ਜੀ ਮੈਂ ਤਾਂ ਤੁਹਾਡੇ ਲਈ ਲੜਦਾ, ਮੈਨੂੰ ਤਾਂ ਜੀ ਨਾ ਥ੍ਰੈਟ ਆ ਸਿੱਖ ਕੌਮ ਤੋਂ, ਮੈਂ ਤਾਂ ਦੇਖੋ ਜੀ ਤਾਂ ਵੀ ਤੁਹਾਡੇ ਨਾਲ ਖੜਾ, ਤੁਹਾਡੇ ਲਈ ਲੜਦਾ ਪਿਆ। ਉਹ ਤਾਂ ਸਿਰਫ ਇੱਕ ਰਾਜਨੀਤਿਕ ਉਹਦੀ ਮਨਸ਼ਾ ਵਾ, ਹੋਰ ਕੁਛ ਨਹੀਂ। ਤੇ ਦੂਜੀ ਜਿਹੜੀ ਗੱਲ ਆਪਣੇ ਹੋਰ ਸਰਕਾਰਾਂ ਦੀ ਗੱਲ ਕਰਦੇ ਹਾਂ, ਸੈਂਟਰ ਸਰਕਾਰ ਜਿਵੇਂ ਹੁਣ ਦੇਖ ਰਹੇ ਹਾਂ ਉਹਨਾਂ ਦਾ ਵਤੀਰਾ ਦੇਖੋ, ਚਾਹੇ ਸੁਖਬੀਰ ਸਿੰਘ ਬਾਦਲ ਹੁਣੀ ਗਏ ਆ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ, ਉਹਦੇ ਪ੍ਰਧਾਨ ਨੇ, ਸਿੱਖਾਂ ਦੀ ਨੁਮਾਇੰਦਗੀ ਕਰਦੇ ਆ। ਠੀਕ ਆ, ਸਿਆਸੀ ਪਾਰਟੀਆਂ ਦੇ ਆਪਸ 'ਚ 100 ਵਖਰੇਵੇਂ ਹੋਣਗੇ, ਇੱਕ ਦੂਜੇ 'ਤੇ ਇਲਜ਼ਾਮਬਾਜ਼ੀਆਂ ਲਾਉਂਦੇ ਆ, ਲਾਉਣ। ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ, ਭਾਈ ਰਾਜੋਆਣੇ ਨੂੰ, ਉਹਨਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ, ਉਹਨਾਂ ਨੇ ਇਲੈਕਸ਼ਨ ਲੜੀ। ਠੀਕ ਆ, ਉਹ ਹਾਲਾਤ ਜੋ ਮਰਜ਼ੀ ਬਣੇ, ਉਹ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਜੋ ਹਾਲਾਤ ਬਣਿਆ। ਮੈਂ ਕਹਿਣਾ ਨਹੀਂ ਚਾਹੁੰਦਾ ਵੀ ਕਿਵੇਂ ਉਹਨਾਂ ਨੂੰ ਹਰਾਇਆ ਗਿਆ ਜਾਂ ਕਿਵੇਂ ਉਹ ਵੋਟ ਬੈਂਕ ਘਟਿਆ, ਉਹ ਵੀ ਸਾਨੂੰ ਪਤਾ ਸਾਰਿਆਂ ਨੂੰ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਵੀ 3 ਸਿੰਘ ਛੱਡੇ ਸੀ। ਭਾਈ ਵਰਿਆਮ ਸਿੰਘ ਦੀ ਜਿਹੜੀ ਰਿਹਾਈ ਹੋਈ ਸੀ, ਉਹ ਰਾਮੂਵਾਲੀਆ ਸਾਹਿਬ ਜ਼ਰੂਰ ਇਹ ਗੱਲ ਦਾ ਰੌਲਾ ਪਾਉਂਦੇ ਆ ਵੀ ਮੈਂ ਰਿਹਾ ਕਰਤਾ। ਜਦੋਂ ਰਾਮੂਵਾਲੀਆ ਸਾਹਿਬ ਨੇ ਇਹ ਰਿਹਾਈ ਦੇ ਲਈ ਗੱਲ ਕੀਤੀ ਸੀਗੀ, ਅਸੀਂ ਭਾਈ ਆਪਣੇ ਬਾਸੀ ਸਾਹਿਬ ਵਕੀਲ ਸੀ ਉਦੋਂ, ਸੂਰ ਸਿੰਘ ਕਮੇਟੀ ਦੇ ਅਫੀਸ਼ੀਅਲ ਵਕੀਲ ਸੀ, ਭਾਈ ਜੰਗ ਸਿੰਘ ਸੀ, ਮੈਂ ਵੀ ਸੀ। ਅਸੀਂ ਸੂਰ ਸਿੰਘ ਕੋਲੇ ਬੈਠੇ ਸੀਗੇ DMC ਹਸਪਤਾਲ ਦੇ ਵਿੱਚ, 2015 ਦਸੰਬਰ ਦੀ ਗੱਲ ਆ। ਉਸ ਟਾਈਮ 'ਤੇ ਇਹਨਾਂ ਦੀ ਸਾਰੀ ਗੱਲਬਾਤ ਹੋਈ ਸੀਗੀ। ਦਲਜੀਤ ਸਿੰਘ ਚੀਮਾ ਇਹ ਮੰਤਰੀ ਸੀਗੇ ਉਸ ਟਾਈਮ, ਅਤੇ ਇਹ ਸਾਡੇ ਨਾਲ ਗੱਲਬਾਤ ਕਰਨ ਲਈ ਬੰਦੀ ਸਿੰਘਾਂ ਦੇ ਮੁੱਦੇ 'ਤੇ ਆਏ ਸੀ, ਸਰਕਾਰ ਵੱਲੋਂ ਅਪੁਆਇੰਟ ਹੋਏ ਸੀਗੇ ਗੱਲ ਕਰਨ ਦੇ ਲਈ। ਅਤੇ ਚੀਮਾ ਸਾਹਿਬ ਦੀ, ਸੂਰ ਸਿੰਘ ਖਾਲਸਾ ਦੀ ਅਤੇ ਭਾਈ ਆਪਣੇ ਰਾਮੂਵਾਲੀਆ ਸਾਹਿਬ ਦੀ, ਸਾਰਿਆਂ ਦੀ ਆਪਸ ਦੇ ਵਿੱਚ ਗੱਲ ਹੋਈ, ਸਪੀਕਰ ਆਉਣ 'ਤੇ ਗੱਲ ਹੋਈ। ਅਕਾਲੀ ਦਲ ਨੇ ਸਾਡੇ ਸਾਰਿਆਂ ਦੇ ਵਿੱਚ ਇਹ ਗੱਲ ਹੋਈ ਸੀ ਵੀ ਅਸੀਂ ਰਿਹਾ ਕਰਾਉਣ ਦੇ ਲਈ ਪੂਰੀ, ਅਸੀਂ ਰਾਮੂਵਾਲੀਆ ਸਾਹਿਬ ਨਾਲ ਵੀ, ਯੂਪੀ ਸਰਕਾਰ ਨਾਲ ਵੀ ਸਾਡੀ ਸਾਰੀ ਗੱਲ ਹੋ ਗਈ ਆ, ਫਾਈਲ ਕੰਪਲੀਟ ਆ, ਵੀ ਸੂਰ ਸਿੰਘ ਸਿਰਫ ਪਾਣੀ ਪੀ ਲਵੇ, ਹੋਰ ਭੁੱਖ ਹੜਤਾਲ ਨਾ ਤੋੜੇ, ਅਸੀਂ ਵਰਿਆਮ ਸਿੰਘ ਦੀ ਰਿਹਾਈ ਕਰਾ ਦਾਂਗੇ। ਅਤੇ ਇਹੀ ਸ਼ਬਦ ਰਾਮੂਵਾਲੀਆ ਸਾਹਿਬ ਨੇ ਵਰਤੇ ਵੀ ਸਵੇਰੇ ਅਸੀਂ ਰਿਹਾ ਕਰ ਦਾਂਗੇ ਉਹਨਾਂ ਨੂੰ, ਭਾਈ ਵਰਿਆਮ ਸਿੰਘ ਨੂੰ, ਤੁਸੀਂ ਆਪਦਾ ਪਰਿਵਾਰ ਭੇਜ ਦਿਓ, ਜਿਹੜੇ ਉਹਨਾਂ ਦੇ ਹੈਗੇ ਆ ਸਿੰਘ ਉੱਥੇ ਆ ਜਾਣ, ਅਸੀਂ ਰਿਹਾ ਕਰਾਂਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਅਕਾਲੀ ਦਲ ਸਟੈਪ ਬਾਈ ਸਟੈਪ ਉਹ ਗੱਲ ਕਰਦਾ। ਪਰ ਜਿਹੜੇ ਕਹਿੰਦੇ ਨੇ ਕਿ 2015 'ਚ ਵੀ ਸਰਕਾਰ ਸੀ, ਉਸ ਤੋਂ ਪਹਿਲਾਂ ਵੀ ਸਰਕਾਰ ਸੀ, 7 ਤੋਂ ਲੈ ਕੇ 17 ਤੱਕ ਸਰਕਾਰ ਰਹੀ, ਉਦੋਂ ਕਿਉਂ ਨਹੀਂ ਇਹ ਆਵਾਜ਼ਾਂ ਚੁੱਕੀਆਂ ਗਈਆਂ? ਅੱਜ ਕਿਉਂ? ਪਹਿਲਾਂ ਤਾਂ ਦੀਪਿੰਦਰ ਹੋਰਾਂ ਨੂੰ ਖੜਾ ਕਰਤਾ ਸੀ ਟਿਕਟ ਦੇ ਕੇ ਬੀਬੀ ਰਾਜੋਆਣਾ ਦੇ ਖਿਲਾਫ, ਹੁਣ ਕਿਉਂ ਅਜਿਹੀਆਂ ਗੱਲਾਂ ਵੀ ਹੁੰਦੀਆਂ ਨੇ? ਦੇਖੋ, ਗੱਲਾਂ ਇਹ ਹੁੰਦੀਆਂ ਨੇ ਬਿਲਕੁਲ। ਦੇਖੋ, ਬੰਦਾ ਗਲਤੀ ਕਰਕੇ ਸਿੱਖਦਾ। ਇਹਨਾਂ ਨੇ ਗਲਤੀਆਂ ਕੀਤੀਆਂ ਅਕਾਲੀ ਲੀਡਰਸ਼ਿਪ ਨੇ, ਅਤੇ ਉਹਦੇ ਤੋਂ ਉਹਨਾਂ ਨੇ ਸਿੱਖਿਆ। ਜਿੰਨਾ ਕੁ ਅਸੀਂ ਨੇੜੇ ਹੋ ਕੇ ਦੇਖਿਆ ਜਾਂ ਅਸੀਂ ਮਿਲੇ ਹਾਂ ਬੰਦੀ ਸਿੰਘਾਂ ਦੇ ਮੁੱਦੇ 'ਤੇ, ਸਾਡੀਆਂ ਅਕਾਲੀ ਦਲ ਦੇ ਲੀਡਰਸ਼ਿਪ ਨਾਲ ਮੀਟਿੰਗਾਂ ਹੋਈਆਂ, ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ। ਦੇਖੋ, ਜੇ ਬੰਦਾ ਗਲਤੀ ਕਰਦਾ, ਪਹਿਲਾਂ ਤਾਂ ਕਹਿੰਦੇ ਆ ਵੀ ਅਕਾਲੀ ਦਲ ਪੰਥ ਦੇ ਮੁੱਦੇ 'ਤੇ ਚੱਕੇ, ਪੰਥ ਦੇ ਰਾਹ 'ਤੇ ਚੱਲੇ। ਜੇ ਉੱਧਰਲੇ ਰਾਹ 'ਤੇ ਤੁਰਦਾ, ਫਿਰ ਕਹਿੰਦੇ ਆ ਵੀ ਇਹ ਤਾਂ ਡਰਾਮਾ ਕਰਦਾ। ਸੋ ਦੂਜੀ ਗੱਲ ਇਹ ਆ, ਸੁਖਬੀਰ ਸਿੰਘ ਬਾਦਲ ਨੇ ਠੀਕ ਆ ਵੀ ਉਹਨਾਂ ਨੇ ਮੁੱਦੇ ਚੱਕੇ, ਭਾਈ ਰਾਜੋਆਣੇ ਦੀ ਭੈਣ ਨੂੰ ਟਿਕਟ ਵੀ ਦਿੱਤੀ, ਸਮੇਂ ਸਿਰ ਰਿਹਾਈਆਂ ਵੀ ਕੀਤੀਆਂ, ਅਤੇ ਉਹਨਾਂ ਦੇ ਲਈ ਪੈਰਵੀ ਵੀ ਕੀਤੀ। ਦੇਖੋ, ਸੈਂਟਰ ਨਾਲ ਗੱਲ ਕਰਨ ਵਾਸਤੇ ਗਏ, ਪ੍ਰੋਟੈਸਟ ਕੀਤਾ, ਸੈਂਟਰ ਨੇ ਉਹਨਾਂ ਦੀ ਨਹੀਂ ਗੱਲ ਸੁਣੀ। ਸਭ ਤੋਂ ਵੱਡਾ ਜਿਹੜਾ ਰੋਸ ਪ੍ਰਗਟ ਹੋਇਆ, ਜੋ ਰੋਸ ਪੈਦਾ ਹੋਇਆ ਸਾਡੇ 'ਚ ਤੇ ਅੰਦਰਲੇ ਸਿੰਘਾਂ ਦੇ ਵਿੱਚ, ਉਹਦਾ ਵੱਡਾ ਕਾਰਨ ਇਹੀ ਸੀ ਵੀ ਸੁਖਬੀਰ ਸਿੰਘ ਬਾਦਲ ਹੋਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ, ਅਤੇ ਉਹ ਬਤੌਰ ਇੱਕ ਸਿੱਖ ਆਗੂ ਵਜੋਂ ਉੱਥੇ ਉਹ ਪਾਰਲੀਮੈਂਟ ਮੈਂਬਰ ਨੇ, ਅਤੇ ਉਹ ਬਤੌਰ ਇੱਕ ਲੀਡਰ ਵਜੋਂ ਸਿੱਖਾਂ ਦੇ ਉੱਥੇ ਗਏ ਸੀ ਸਰਕਾਰ ਨਾਲ ਗੱਲ ਕਰਨ ਵੀ ਆਹ ਸਾਡੇ ਬੰਦੀ ਸਿੰਘ ਆ, ਤੁਸੀਂ ਇੱਧਰ ਧਿਆਨ ਦੇਵੋ, ਕਿਉਂਕਿ ਤੁਸੀਂ 550ਵੇਂ ਸਮਾਗਮਾਂ ਸਮੇਂ ਤੁਸੀਂ ਆਰਡਰ ਕੀਤੇ ਸੀ ਰਿਹਾਈਆਂ ਦੇ ਬੰਦੀ ਸਿੰਘਾਂ ਦੇ ਵੀ ਅਸੀਂ ਛੱਡਾਂਗੇ ਸਿੰਘ। ਸੋ ਉਹ ਯਾਦ ਕਰਾਉਣ ਗਏ ਸੀ। ਪਰ ਉਹਨਾਂ ਦਾ ਜਿਹੜਾ ਰਵੱਈਆ ਸੀ ਸੈਂਟਰ ਗੌਰਮੈਂਟ ਦਾ, ਉਹ ਬਿਲਕੁਲ ਹੀ ਐਂਟੀ ਸੀ। ਸਾਨੂੰ ਇਸ ਗੱਲ ਦਾ ਵੀ ਰੋਸ ਆ, ਜਿਹੜਾ ਉਦੋਂ ਬਾਅਦ ਕੇਜਰੀਵਾਲ ਦੇ ਘਰ ਮੂਹਰੇ ਧਾਮੀ ਸਾਹਿਬ ਜਾ ਕੇ ਖੜੇ ਨੇ, ਸਾਨੂੰ ਉਹਦਾ ਵੀ ਰੋਸ ਆ ਵੀ ਧਾਮੀ ਸਾਹਿਬ ਦੀ ਗੁਲਾਮ ਮਾਨਸਿਕਤਾ ਅਤੇ ਉਹਦਾ ਪ੍ਰਗਟਾਵਾ ਉਹਨਾਂ ਦੀ ਉਸ
ਸਮੇਂ ਉੱਥੇ ਬਾਹਰ ਖੜਨ ਤੋਂ ਉਹੀ ਦਿਖ ਰਿਹਾ ਸੀ ਵੀ ਉਹਨਾਂ ਦੇ ਉਹ ਇੱਕ ਸ਼੍ਰੋਮਣੀ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਆ, ਉਹਦੇ ਪ੍ਰਧਾਨ ਵਜੋਂ ਉੱਥੇ ਗਏ ਸੀ। ਉਹਨਾਂ ਦੀ ਇੱਕ ਤਾਕਤ ਆ, ਪੂਰੀ ਸਿੱਖ ਕੌਮ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਸੀ ਉਸ ਟਾਈਮ। ਤੇ ਉਹ ਇੱਕ ਕੇਜਰੀਵਾਲ ਜਿਹੜਾ ਇੱਕ ਮੇਅਰ ਜਿੰਨੀ ਪੋਜੀਸ਼ਨ ਆ ਉਹਦੀ, ਤੇ ਉਹ ਬੰਦਾ ਉਹਨੂੰ ਬਾਹਰ ਖੜਾ ਕੇ ਮੋੜ ਦੇਵੇ, ਕਿੰਨੀ ਨਮੋਸ਼ੀ ਦੀ ਗੱਲ ਆ। ਜਿਹੜੇ ਬੰਦੀ ਸਿੰਘ ਜੇਲ੍ਹ 'ਚ ਬੈਠੇ ਆ, ਇਹ ਕੋਈ ਚੋਰੀ ਡਕੈਤੀ ਕਰਕੇ ਥੋੜੀ ਬੈਠੇ ਆ, ਮੁੱਖ ਮੰਤਰੀ ਮਾਰਿਆ ਹੋਇਆ ਇਹਨਾਂ ਨੇ। ਤੇ ਧਾਮੀ ਸਾਹਿਬ ਇੰਨੀ ਉਹਨਾਂ ਦੀ ਜਾਨੀ ਕਿ ਗੁਲਾਮ ਮਾਨਸਿਕਤਾ ਹੋ ਚੁੱਕੀ ਆ, ਇੰਨੇ ਉਹ ਕਮਜ਼ੋਰ ਹੋ ਚੁੱਕੇ ਆ ਵੀ ਉਹ ਉੱਥੇ ਗੁਲਾਮਾਂ ਵਾਂਗੂ, ਜਿਵੇਂ ਇੱਕ ਗੁਲਾਮ ਹੁੰਦਾ ਉੱਥੇ, ਉਹ ਗੁਲਾਮ ਦੀ ਤਰ੍ਹਾਂ ਉੱਥੇ ਖੜ ਕੇ ਵਾਪਸ ਆ ਗਏ। ਤੇ ਉੱਥੋਂ ਰੋਸ ਤਾਂ ਪੈਦਾ ਹੋਣਾ ਹੀ ਹੋਣਾ। ਅਸੀਂ ਅਕਾਲੀ ਦਲ ਨੂੰ ਅੱਜ ਵੀ ਕਹਿੰਦੇ ਆ ਵੀ ਅਕਾਲੀ ਦਲ ਸਮੇਂ-ਸਮੇਂ ਤੇ ਜੇ ਸਿੱਖਾਂ ਦੀ ਗੱਲ ਕਰਦਾ ਤਾਂ ਹੁਣ ਵੀ ਅਕਾਲੀ ਦਲ ਨੂੰ ਸਿੱਖਾਂ ਦੀ ਗੱਲ ਕਰਨੀ ਪੈਣੀ ਆ। ਬੰਦੀ ਸਿੰਘਾਂ ਦੀ ਜੇ ਤੁਸੀਂ ਦੇਖੋ, ਜਥੇਦਾਰ ਸਾਹਿਬ ਨੇ, ਤੁਸੀਂ ਇਹ ਦੇਖੋ ਵੀ ਜਥੇਦਾਰ ਸਾਹਿਬ ਨੇ ਕਹਿਤਾ ਤਾਂ ਪੋਸਟਰ ਵੀ ਲੱਗਣੇ ਸ਼ੁਰੂ ਹੋ ਗਏ। ਸ਼੍ਰੋਮਣੀ ਕਮੇਟੀ ਦੀ ਆਪਦੀ ਕੋਈ ਜ਼ਿੰਮੇਵਾਰੀ ਨਹੀਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਪਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਉਹ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਮੈਂ ਇਹ ਕੰਮ ਕਰਾਂ, ਕਿਉਂਕਿ ਉਹਨਾਂ ਦਾ ਤਾਂ ਅਧਿਕਾਰ ਖੇਤਰ ਆ। ਜਥੇਦਾਰ ਸਾਹਿਬ ਕਹਿਣ ਤਾਂ ਕੰਮ ਹੋਣਾ, ਨਹੀਂ ਤਾਂ ਚੁੱਪ। ਜਥੇਦਾਰ ਸਾਹਿਬ ਕਹਿ ਦੇਣ ਵੀ ਬੰਦੀ ਸਿੰਘਾਂ ਦੀ ਗੱਲ ਕਰੋ ਤਾਂ ਕਰਨੀ ਆ। ਜੇ ਜਥੇਦਾਰ ਸਾਹਿਬ ਚੁੱਪ ਨੇ, ਉਹ ਆਪਦੇ ਰੁਝੇਵਿਆਂ 'ਚ ਨੇ, ਤਾਂ ਫੇਰ ਗੱਲ ਆਈ ਗਈ। ਸੋ ਇਹ ਦੋਹਰਾ ਜਿਹੜਾ ਮਾਪਦੰਡ ਅਪਣਾਇਆ ਜਾ ਰਿਹਾ, ਇਸੇ ਕਰਕੇ ਇਹ ਰੋਸ ਪੈਦਾ ਹੋਇਆ। ਉਸੇ ਰੋਸ ਦੇ ਵਿੱਚੋਂ ਇਹ ਸਿੰਘ ਭੁੱਖ ਹੜਤਾਲ 'ਤੇ ਬੈਠਾ। ਅਸੀਂ ਸਮਰਥਨ ਦੇ ਵਿੱਚ ਆ ਇਹਨਾਂ ਦੇ ਨਾਲ, ਤੇ ਅਸੀਂ ਅਕਾਲੀ ਦਲ ਨੂੰ ਵੀ ਬੇਨਤੀ ਕਰਦੇ ਹਾਂ ਵੀ ਬੰਦੀ ਸਿੰਘਾਂ ਦੀ ਗੱਲ ਆ, ਇੱਥੇ ਸੁਖਬੀਰ ਸਿੰਘ ਬਾਦਲ ਆਉਣ, ਆ ਕੇ ਭਾਈ ਇਹਨੂੰ ਲਖਵਿੰਦਰ ਸਿੰਘ ਨੂੰ ਮਿਲਣ, ਮੁਲਾਕਾਤ ਕਰਨ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਆਵੇ, ਠੀਕ ਆ, ਧਾਮੀ ਸਾਹਿਬ ਨਾਲ ਸਾਡੇ ਰੋਸੇ ਨੇ, ਸਾਡੀਆਂ ਨਾਰਾਜ਼ਗੀਆਂ ਨੇ, ਪਰ ਜਿਹੜੇ ਇਸ ਵੇਲੇ ਹੈ ਤਾਂ ਉਹ ਮੌਜੂਦਾ ਪ੍ਰਧਾਨ, ਉਹਨਾਂ ਦਾ ਫਰਜ਼ ਬਣਦਾ ਇੱਥੇ ਆਉਣ ਦਾ, ਉਹ ਆ ਕੇ ਗੱਲ ਕਰਨ। ਜ਼ਰੂਰ ਇਹ ਗੱਲ ਵੱਖਰੀ ਆ ਵੀ ਅਸੀਂ ਉਹਨਾਂ ਦੇ ਸਿੰਘਾਂ ਨੇ ਜਾਂ ਅਸੀਂ ਉਹਦੇ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਹ ਅਸਤੀਫੇ ਦੀ ਮੰਗ ਇਸੇ ਰੋਸ ਵਜੋਂ ਹੀ ਉੱਭਰੀ ਸੀਗੀ। ਹੋਰ ਸਾਡਾ ਕੋਈ ਜਾਤੀ ਰੌਲਾ ਤਾਂ ਹੈ ਨਹੀਂਗਾ ਧਾਮੀ ਸਾਹਿਬ ਦੇ ਨਾਲ, ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਸਾਡਾ ਕੋਈ ਜਾਤੀ ਰੌਲਾ। ਸਿਰਫ ਉਹਨਾਂ ਦੀਆਂ ਜਿਹੜੀਆਂ ਇਹ ਗੁਲਾਮ ਮਾਨਸਿਕਤਾ ਵਾਲੀਆਂ ਨਿਸ਼ਾਨੀਆਂ ਉੱਭਰ ਕੇ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਨੇ, ਉਹ ਸਾਡੇ ਲਈ, ਸਾਰੀ ਕੌਮ ਲਈ ਘਾਤਕ ਨੇ। ਸਰਕਾਰਾਂ ਸਾਡੇ 'ਤੇ ਹੱਸਦੀਆਂ ਨੇ ਵੀ ਆ ਇਹਨਾਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਲਤ। ਜਦ ਸਾਡੀ ਤਾਕਤ ਹੀ ਨਹੀਂ ਤਾਂ ਸਰਕਾਰਾਂ ਸਾਡੇ ਵੱਲ ਕਿਉਂ ਸਾਡੇ ਕੋਈ ਮਸਲੇ ਹੱਲ ਕਰਨਗੀਆਂ? ਸਾਨੂੰ ਆਪਦੀ ਤਾਕਤ ਇਕਜੁੱਟ ਹੋ ਕੇ ਸਰਕਾਰਾਂ ਨੂੰ ਦਿਖਾਉਣੀ ਪੈਣੀ ਆ, ਤਾਂ ਹੀ ਸਾਡੇ ਮਸਲੇ ਹੱਲ ਹੋਣੇ ਆ। ਸੋ ਅਸੀਂ ਤੁਹਾਡੇ ਚੈਨਲ ਰਾਹੀਂ ਸਾਰੀ ਸਮੁੱਚੀ ਕੌਮ ਨੂੰ, ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਵੀ ਭਰਾਵੋ, ਔਖੇ ਸਮੇਂ 'ਚ ਸਿੰਘ ਅੰਦਰ ਜੇਲ੍ਹ 'ਚ ਬੈਠਾ, ਉਹਦੇ ਹੌਸਲਾ ਅਫਜ਼ਾਈ ਲਈ ਤੁਸੀਂ ਜੇ ਇੱਥੇ ਨਹੀਂ ਆਉਣਾ, ਤੁਸੀਂ ਆਪੋ ਆਪਣੇ ਫੇਸਬੁੱਕ ਰਾਹੀਂ, ਸੋਸ਼ਲ ਮੀਡੀਆ ਰਾਹੀਂ ਤੁਸੀਂ ਆਪਣੀ ਗੱਲ ਤਾਂ ਰੱਖੋ, ਤੁਸੀਂ ਸਮਰਥਨ ਤਾਂ ਦਿਓ। ਜੇ ਕੱਲ੍ਹ ਨੂੰ ਭਾਈ ਲਖਵਿੰਦਰ ਸਿੰਘ ਦੀ ਮੌਤ ਹੁੰਦੀ ਆ, ਫਿਰ ਬਥੇਰੇ ਭੋਗਾਂ 'ਤੇ ਆਪਾਂ ਆ ਜਾਵਾਂਗੇ। ਜਿਵੇਂ ਦੀਪ ਸਿੱਧੂ ਜਦੋਂ ਪੰਥ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਕਰਦੇ ਸੀ, ਨੌਜਵਾਨਾਂ ਨੂੰ ਚੜ੍ਹਦੀ ਕਲਾ ਦੀ ਉਹ ਗੱਲ ਸਮਝਾਉਂਦੇ ਸੀ, ਉਦੋਂ ਕੋਈ ਉਹਨਾਂ ਦੇ ਨਾਲ ਨਹੀਂ ਸੀ ਤੁਰਦਾ, ਗਿਣਤੀ ਦੇ ਬੰਦੇ ਸੀਗੇ। ਪਰ ਜਦੋਂ ਉਹਨਾਂ ਦਾ ਭੋਗ ਸੀ ਭਾਈ ਦੀਪ ਸਿੱਧੂ ਦਾ, ਤੇ ਉਦੋਂ ਹਜ਼ਾਰਾਂ ਲੱਖਾਂ ਬੰਦੇ ਇਕੱਠੇ ਹੋ ਕੇ ਇੱਥੇ ਵੀ ਆਹੀ ਕੁਛ ਕਰਨਾ ਸਾਡੀ ਕੌਮ ਨੇ। ਸਾਡੀ ਕੌਮ ਭੋਗ 'ਤੇ ਹੀ ਇਕੱਠ ਕਰਨ ਜੋਗੀ ਰਹਿ ਗਈ ਹੁਣ, ਵੀ ਜਿਉਂਦੇ ਜੀ ਦੀ ਕਦਰ ਨਹੀਂ ਪਾਉਣੀ ਤੇ ਮਰੇ ਦੇ ਹੀ ਭੋਗ 'ਤੇ ਉੱਥੇ ਬਿਆਨਬਾਜ਼ੀਆਂ ਕਰਨੀਆਂ। ਸੋ ਕੌਮ ਨੂੰ ਬੇਨਤੀ ਆ ਵੀ ਉਹ ਸਾਰੇ ਇੱਧਰ ਧਿਆਨ ਦੇਣ ਤੇ ਇਹ ਮਸਲੇ ਹੱਲ ਕਰੀਏ ਕੌਮ ਦੇ ਜਿਹੜੇ ਰਲ ਮਿਲ ਕੇ। ਤਾਂ ਜੰਗ ਸਿੰਘ ਜੀ, ਜੇ ਗੱਲ ਕਰੀਏ ਅਗਲਾ ਐਕਸ਼ਨ ਕੀ ਹੈ ਪਰਿਵਾਰ ਦੇ ਵੱਲੋਂ? ਜੇ ਗੱਲ ਕਰ ਲਈ, ਤੁਸੀਂ ਕਿਹਾ ਕਿ SGPC 'ਤੇ ਵੀ ਸਾਨੂੰ ਗਿਲਾ ਜ਼ਰੂਰ ਹੈ, SGPC ਦੇ ਨਾਲ ਵੀ ਤੁਸੀਂ ਬਾਕੀ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਵੀ ਆਉਣੇ ਚਾਹੀਦੇ ਆ, ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਉਹਨਾਂ ਦਾ ਆਉਣਾ ਜ਼ਰੂਰੀ ਹੈ, ਤੁਸੀਂ ਇਹ ਗੱਲ ਕੀਤੀ ਆ। ਪਰ ਅਗਲਾ ਐਕਸ਼ਨ ਕੀ ਰਹਿਣ ਵਾਲਾ ਤੁਹਾਡਾ ਜੇ ਭੁੱਖ ਹੜਤਾਲ ਹਾਲੇ ਤੱਕ ਨਹੀਂ ਛੱਡਦੇ ਲਖਵਿੰਦਰ ਸਿੰਘ, ਜਾਂ ਕਹਿ ਲਈਏ ਕਿ ਸਰਕਾਰ ਗੱਲ ਸੁਣਨ ਦੇ ਲਈ ਰਾਜ਼ੀ ਨਹੀਂ ਹੁੰਦੀ, ਤਾਂ ਅਗਲਾ ਐਕਸ਼ਨ ਕੀ ਹੈ? ਤੇ ਇਹਦੇ ਲਈ ਅਸੀਂ ਦੇਖੋ ਸਿੰਘ ਸਾਹਿਬ ਨੂੰ ਮਿਲਣ ਜਾ ਰਹੇ ਹਾਂ। ਸਿੰਘ ਸਾਹਿਬ ਦਾ ਫਰਜ਼ ਆ ਕੌਮ ਨੂੰ ਇਹ ਗੱਲ ਦਾ ਦੇਣ, ਹੈ ਨਾ, ਵੀ ਉਹ ਡਾਇਰੈਕਸ਼ਨ ਦੇਣ ਵੀ ਕੀ ਕਰਨਾ। ਅਗਰ ਸਾਡੀ ਇਹ ਗੱਲ ਨਹੀਂ ਸੁਣੋਗੇ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਾਂਗੇ ਵੀ ਤੁਹਾਡਾ ਫਰਜ਼ ਬਣਦਾ ਬੰਦੀ ਸਿੰਘਾਂ ਦੀ ਗੱਲ, ਕਿਉਂਕਿ ਅਸੀਂ ਤਾਂ ਜਿੰਨੀ ਕੁ ਗੱਲ ਉਹਨਾਂ ਨਾਲ ਕਰੀ ਉਨੀ ਕੁ ਕਰਨੀ ਆ। ਵਕੀਲ ਸਾਹਿਬ ਮਿਲ ਕੇ ਆਏ ਨੇ, ਹੈ ਨਾ, ਇਹਦਾ ਸਿਹਤ ਦਾ ਹਾਲ ਚਾਲ ਤੇ ਉਹਨਾਂ ਦੀ ਗੱਲ ਸੁਣ ਗਏ ਸੀ, ਆ ਕੇ ਸਾਨੂੰ ਦੱਸਤਾ। ਅਸੀਂ ਉਹਨਾਂ ਨੂੰ ਵੀ ਮਿਲਣਾ ਵੀ ਦੱਸੋ ਜੀ ਕੀ ਕਰ ਰਹੇ ਹੋ ਅੱਗੇ ਬੰਦੀ ਸਿੰਘ? ਤੁਸੀਂ ਕਮੇਟੀ ਬਣਾਈ ਆ, ਕਮੇਟੀ ਬਣੀ ਆ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਏ, ਅਗਲਾ ਸਟੈਪ ਤੁਹਾਡਾ ਕੀ ਆ? ਤੁਸੀਂ ਬਹਿ ਗਏ ਇਕੱਲਾ ਫਲੈਕਸ ਲਵਾ ਕੇ ਵਿਹਲੇ ਹੋਗੇ? ਕੀ ਇਹ ਚੀਜ਼ਾਂ ਨੂੰ ਅਗਰ ਨਹੀਂ ਸੁਣਦੇ ਫਿਰ ਅਸੀਂ ਇੱਕ ਵੱਡਾ ਇਕੱਠ ਪੰਥ ਦਾ ਰੱਖਾਂਗੇ, ਉਹ 'ਚ ਫੈਸਲਾ ਲਾਂਗੇ ਵੀ ਕਰਨਾ ਕੀ ਆ। ਕਿਉਂਕਿ ਇਹ ਦਿਨ ਹੁਣ 7 ਦਿਨ ਹੋ ਗਏ, ਸਿਹਤ ਵਿਗੜਨੀ ਸ਼ੁਰੂ ਹੋ ਗਈ, ਫਿਰ ਜਿਵੇਂ ਵੀ ਇਹ ਚੀਜ਼ਾਂ ਬਦਲਣਗੀਆਂ ਫਿਰ ਕੌਮ 'ਚ ਰੋਸ ਵੀ ਵਧੂਗਾ,
ਤੇ ਅਸੀਂ ਵੀ ਗੱਲ ਨੂੰ ਜ਼ੋਰ ਸ਼ੋਰ ਨਾਲ ਫਿਰ ਰੱਖਾਂਗੇ ਗੱਲ ਨੂੰ, ਕਿਉਂਕਿ ਪਹਿਲਾਂ ਤਾਂ ਅਸੀਂ ਇਹ ਗੱਲ ਕਰੀ ਹੈ ਨਾ ਵੀ ਤੁਸੀਂ ਮਹਾਰਾਜ ਜੇ ਤੁਸੀਂ ਜ਼ਿੰਮੇਵਾਰੀ ਲਈ ਆ ਕਰੋ ਪੂਰੀ, ਫਿਰ ਕਿਉਂ ਨਹੀਂ ਕਰਦੇ? ਪਹਿਲਾਂ ਇਹਨਾਂ ਦਾ ਮੂੰਹ ਕਿਉਂ ਨਹੀਂ ਦੇਖਦੇ ਅਸੀਂ ਇਹ ਕਰਨ, ਇਹੀ ਅਸੀਂ ਅਜੇ ਦੇਖ ਰਹੇ ਹਾਂ, 2 ਦਿਨ ਇਹੀ ਦੇਖਾਂਗੇ। ਅਗਰ ਨਹੀਂ ਕਰਨਗੇ ਫਿਰ ਕੌਮ ਦਾ ਜਿਵੇਂ ਵੀ ਸਿਰ ਤੇ ਫੈਸਲਾ ਹੋਊਗਾ, ਜਿੰਨੇ ਵੀ ਜਥੇਬੰਦੀਆਂ ਨਾਲ ਸਲਾਹ ਬੰਦ ਕਰਕੇ ਫਿਰ ਅੱਗੇ ਚੱਲਾਂਗੇ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀਗੇ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਭਾਈ ਲਖਵਿੰਦਰ ਸਿੰਘ ਹੋਰਾਂ ਨੇ ਬੜੈਲ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਹੋਈ ਹੈ ਤੇ ਕਹਿ ਰਹੇ ਨੇ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੂਗੀ ਜਦੋਂ ਤੱਕ ਰਿਹਾਈ ਨਹੀਂ ਹੋ ਜਾਂਦੀ ਬੰਦੀ ਸਿੰਘਾਂ ਦੀ। ਤੇ ਅਗਲਾ ਐਕਸ਼ਨ ਵੀ ਕਹਿ ਰਹੇ ਨੇ ਜਲਦੀ ਅਸੀਂ ਉਲੀਕਾਂਗੇ। ਬੰਦੀ ਸਿੰਘਾਂ ਦੇ ਪਰਿਵਾਰ ਕਹਿ ਰਹੇ ਆ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਜਥੇਦਾਰ ਹੋਰਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਜਥੇਦਾਰ ਕੀ ਡਾਇਰੈਕਸ਼ਨ ਦਿੰਦੇ ਆ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਕੈਮਰਾਮੈਨ ਧਰਮਪ੍ਰੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਬੜੈਲ ਜੇਲ੍ਹ, ਚੰਡੀਗੜ੍ਹ।